ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। कबीर ऐसी होए परी मन को पावत कीन, मरने ते क्या डरपना। हाथ संदौरा लीन, देवी देव देहुरे संतोख सिंगा दूर होते रीत मिट जाती कथा बेदन प्राण की। श्री गुरु गोविंद सिंह पावन परम सूर मूरत न होती। जो पै करुणा निधान की। जेड़ी मौत तो डरे जग सारा, जेड़ी मौत तो डरे जी जग सारा। मौत तो डरे जग सारा, मेरे मन आनंद प्यारिया। प्यारे जी मौत तो डरे जग सारा, मेरे मन आनंद प्यारिया। ओ जेड़ी मौत तो मौत तो डरे जग सारा, जेड़ी मौत तो मौत तो डरे जग सारा। भगतां ने मूहों मंग ली संगते संगते। भगतां ने मूहों मंग ली भी जेड़ी मौत तो डरे जग सारा, जेड़ी मौत तो मौत तो डरे जग सारा। भगतां ने मूहों मंग ली प्यारिया प्यारिया। भगतां ने मूहों मंग ली जेड़ी मौत तो कबीर जिस मरने ते जग डर, मेरा मन मरने ही ते पाइए। पूर्ण परमानंद कबीर जिस मरने ते जग डरै, मेरे मन आनंद मरने ही ते पाइए। पूर्ण परमानंद समुची मनुखता दे सांझे रहबर ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਰਬੱਤ ਸਤ ਸੰਗੀਓ। ਆਪ ਕਰਮਾਂ ਵਾਲੇ ਹੋ ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਧਾਰਮਿਕ ਅਤੇ ਰਾਜਸੀ ਸ਼ਖਸੀਅਤਾਂ ਤੋਂ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਸ਼੍ਰੀ ਗੁਰੂ ਤੇਗ ਬਹਾਦਰ ਦੇ ਜੀਵਨ ਨੂੰ ਸੰਬੰਧਿਤ ਵਿਚਾਰਾਂ ਸਰਵਣ ਕੀਤੀਆਂ ਨੇ। ਆਓ ਅੱਜ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੈ।
ਸਵੇਰ ਤੋਂ ਲਾ ਕਰਕੇ ਸ਼ਾਮ ਤੱਕ ਜਦੋਂ ਤੱਕ ਅਰਦਾਸ ਹੋਣੀ ਹੈ ਲਗਭਗ 15,000 ਸਰੀਰ ਇੱਥੇ ਨਮਸਕਾਰ ਕਰ ਗਿਆ। ਸਾਰਾ ਇਲਾਕੇ ਦੀ ਸੰਗਤ, ਰੋਪੜ ਤੋਂ, ਫਗਵਾੜੇ ਤੋਂ, ਇੱਧਰੋਂ ਬਠਿੰਡਾ ਸਾਈਡ, ਸੰਗਰੂਰ ਦਾ ਇਲਾਕਾ ਸਾਰਾ ਇੱਥੇ ਪਹੁੰਚਿਆ ਹੈ। ਧਾਰਮਿਕ ਸ਼ਖਸੀਅਤਾਂ ਬਾਬਾ ਧਰਮਵੀਰ ਸਿੰਘ ਘਰਾਂਗਣੇ ਵਾਲੇ, ਬਾਬਾ ਗੁਰਜੰਟ ਸਿੰਘ ਮੰਡਵੀ ਵਾਲੇ ਅਤੇ ਬਾਬਾ ਸੁਖਚੈਨ ਸਿੰਘ ਧਨਪੁਰੇ ਵਾਲੇ ਉਹ ਹਾਜ਼ਰੀ ਭਰ ਕੇ ਗਏ ਹਨ। ਰਾਜਸੀ ਸ਼ਖਸੀਅਤਾਂ ਦੇ ਵਿੱਚੋਂ ਬਾਬੂ ਪ੍ਰਕਾਸ਼ ਚੰਦ ਗਰਗ ਪਾਰਲੀਮਾਨੀ ਸੈਕਟਰੀ, ਸਾਧੂ ਸਿੰਘ ਧਰਮਸ਼ੋਤ MLA ਨਾਭਾ, ਮਹਾਰਾਣੀ ਪ੍ਰਨੀਤ ਕੌਰ, ਸਰਦਾਰ ਸੁਖਬੀਰ ਸਿੰਘ ਬਾਦਲ ਦੇ OSD ਅਵਤਾਰ ਸਿੰਘ ਬਣਵਾਲਾ ਉਹ ਆ ਕੇ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਉਣਾ ਸੀ, ਟੈਲੀਫੋਨ ਤੇ ਗੱਲ ਵੀ ਕੀਤੀ ਸੀ ਉਹਨਾਂ ਨੇ। 6 ਤਰੀਕ ਨੂੰ ਕਿਸੇ ਜ਼ਰੂਰੀ ਰੁਝੇਵੇਂ ਕਰਕੇ ਅੱਜ ਉਹ ਆ ਨਹੀਂ ਸਕੇ। ਆਪਣੇ ਵੱਲੋਂ ਅਵਤਾਰ ਸਿੰਘ ਹੋਰਾਂ ਨੂੰ ਭੇਜਿਆ ਕਿਉਂਕਿ ਇਹ ਧਾਰਮਿਕ ਸਮਾਗਮ ਹੈ। ਉੱਥੇ ਮੱਖਣ ਸਿੰਘ ਲਾਲਕਾ ਅਕਾਲੀ ਦਲ ਦੇ ਹਲਕਾ ਇੰਚਾਰਜ ਇੱਥੇ ਹੁਣ ਆਏ ਨੇ, ਬੈਠੇ ਨੇ। ਆਫੀਸਰ ਸਾਹਿਬਾਨਾਂ ਦੇ ਵਿੱਚੋਂ ADGP ਢਿੱਲੋਂ ਸਾਹਿਬ, ADGP ਸਹੋਤਾ ਸਾਹਿਬ, IG ਰਾਏ, IG ਨੌ ਨਿਹਾਲ, ਇਹਨਾਂ ਗੁਰਮੁਖ ਪ੍ਰੇਮੀਆਂ ਨੇ ਹਾਜ਼ਰੀਆਂ ਲਗਵਾਈਆਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਕੁਝ ਕੁ ਆਫੀਸਰ ਸਾਹਿਬਾਨ ਕੱਲ੍ਹ ਹਾਜ਼ਰੀ ਲਾ ਕੇ ਗਏ ਹਨ। DGP ਅਰੋੜਾ ਸਾਹਿਬ ਗੁਜਰਾਤ ਗਏ ਹੈ, ਨਹੀਂ ਪਰਸੋਂ ਉਹਨਾਂ ਨੇ ਕਿਹਾ ਸੀ ਮੈਂ ਜ਼ਰੂਰ ਇਸ ਧਾਰਮਿਕ ਸਮਾਗਮ 'ਚ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਵਡਭਾਗਾ ਸਮਝਦਾ। ਸੰਗਤ ਤੋਂ ਵੱਡਾ ਕੋਈ ਆਫੀਸਰ ਨਹੀਂ, ਵੱਡੀ ਜਿਹੜੀ ਆ ਸੰਗਤ ਹੈ। ਤੁਹਾਡੀ ਕਿਰਪਾ ਦੇ ਨਾਲ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ। ਆਪਣਾ ਸਰੋਪਾ ਜਿਹੜਾ ਮੱਖਣ ਸਿੰਘ ਲਾਲਕਾ ਉਹ ਇੱਥੋਂ ਸਟੇਜ 71 ਤੋਂ ਲੈ ਕੇ ਜਾਣ। ਸਮੇਂ 'ਚੋਂ ਸਮਾਂ ਕੱਢ ਕੇ ਇਸੇ ਤਰ੍ਹਾਂ ਹਾਜ਼ਰੀ ਭਰਿਆ ਕਰੋ। ਧੰਨਵਾਦ ਹੈ। ਆਓ ਸਾਧ ਸੰਗਤ, ਹੁਣ ਆਪਾਂ ਨੇ 3:30 ਵਜੇ ਅਰਦਾਸ ਕਰਨੀ ਹੈ। ਫੱਲੇਵਾਲ ਤੋਂ ਜਿਹੜੀ ਸੰਗਤ ਆਈ ਹੈ ਜਾਂ ਹੋਰ ਜਿੱਥੋਂ ਵੀ ਸੰਗਤ ਆਈ ਹੈ, ਕਿਸੇ ਨੇ ਵੀ ਅਰਦਾਸ ਤੋਂ ਪਹਿਲਾਂ ਨਹੀਂ ਜਾਣਾ। ਅਰਦਾਸ ਤੋਂ ਬਾਅਦ ਸਾਰਿਆਂ ਨੇ ਜਾਣਾ। ਅੱਜ ਆਪਾਂ ਸ਼ਹੀਦੀ ਸਮਾਗਮ ਮਨਾ ਰਹੇ ਹਾਂ। ਸ਼ਹੀਦੀ ਅਤੇ ਸ਼ਹਾਦਤ ਦੋ ਅਰਬੀ ਭਾਸ਼ਾ ਦੇ ਸ਼ਬਦ ਨੇ। ਸ਼ਹੀਦੀ ਦਾ ਅਰਥ ਹੁੰਦਾ ਹੈ ਹੱਕ ਸੱਚ ਪਿੱਛੇ ਗਵਾਹੀ ਦੇਣ ਵਾਲਾ। ਸ਼ਹਾਦਤ ਦਾ ਅਰਥ ਹੁੰਦਾ ਗਵਾਹੀ। ਇਹ ਜਿਹੜੇ ਦਿਨ ਚੱਲ ਰਹੇ ਹੈ ਸਾਧ ਸੰਗਤ, ਇਹ ਦਿਨ ਸ਼ਹੀਦੀਆਂ ਦੇ ਦਿਨ ਚੱਲ ਰਹੇ ਹਨ। ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ 16 ਤਰੀਕ ਨੂੰ ਲੰਘ ਕੇ ਗਿਆ ਹੈ। ਸਾਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਇਸ ਪੋਹ ਦੇ ਮਹੀਨੇ ਦੀ ਪ੍ਰਥਾਏ ਗੁਰੂ ਅਰਜਨ ਸਾਹਿਬ ਵਚਨ ਕਰਦੇ ਹਨ, ਪੋਖ ਤਖਾਰਨਾ ਵਿਆਪੀ ਕੰਠ ਮਿਲਿਆ ਹਰਨਾਹੋ, ਮਨ ਵੇਦਿਆ ਚਰਨਾਰ ਵਿੰਦ ਹਰ ਦਰਸ਼ਨ ਲਗੜਾ ਸਾਹੋ। ਕਿ ਭਾਈ ਪੋਖ ਦਾ ਅਰਥ ਦੋ ਹਨ। ਇੱਕ ਤਾਂ ਮਨੁੱਖਾ ਜੀਵਨ ਹੈ, ਇੱਕ ਸਾਧ ਸੰਗਤ ਪੋਖ ਦਾ ਅਰਥ ਹੈ ਪੋਹ ਦਾ ਮਹੀਨਾ। ਪੋਹ ਦੇ ਮਹੀਨੇ ਦੇ ਦੁਆਰਾ ਗੁਰੂ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਪਤੀ ਪ੍ਰਮਾਤਮਾ ਦਾ ਨਾਮ ਆਪਣੇ ਕੰਠ ਵਿੱਚ ਹਿਰਦੇ 'ਚ ਪਰੋਲਿਆ ਹਾਰ ਬਣਾ ਕੇ, ਜਿਵੇਂ ਗਲੇ ਦੇ ਵਿੱਚ ਸੁਹਾਗਣਾ ਹਾਰ ਪਾਉਂਦੀਆਂ ਹਨ,
ਇਸੇ ਤਰ੍ਹਾਂ ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਪਤੀ ਪ੍ਰਮਾਤਮਾ ਦਾ ਨਾਮ ਹਾਰ ਬਣਾ ਕੇ ਹਾਰ ਦੀ ਤਰ੍ਹਾਂ ਆਪਣੇ ਹਿਰਦੇ ਰੂਪੀ ਕੰਠ 'ਚ ਪਰੋਲਿਆ ਹੈ, ਉਹਨਾਂ ਨੂੰ ਮਨੁੱਖਾ ਜੀਵਨ ਦੇ ਵਿੱਚ ਅਗਿਆਨੀ ਬੰਦਿਆਂ ਦੇ ਸੁੰਨ ਕਰ ਦੇਣ ਵਾਲੇ ਬਚਨਾਂ ਦਾ ਉਹਨਾਂ ਤੇ ਕੋਈ ਆਸਰ ਨਹੀਂ ਹੁੰਦਾ। ਹੁਣ ਪੋਹ ਚੱਲਦਾ ਹੈ, ਪੋਹ ਦੇ ਵਿੱਚ ਕੋਰਾ ਬਹੁਤ ਪੈਂਦਾ ਹੈ, ਸੁੰਨ ਕਰ ਦਿੰਦਾ ਸਰੀਰ ਨੂੰ। ਇਸੇ ਤਰ੍ਹਾਂ ਅਗਿਆਨੀ ਬੰਦੇ ਨੇ ਜਿਨ੍ਹਾਂ ਨੂੰ ਗਿਆਨ ਨਹੀਂ, ਉਹ ਐਸੇ ਬਚਨ ਕਈ ਵਾਰੀ ਕਹਿ ਜਾਂਦੇ ਨੇ, ਸੁੰਨ ਕਰ ਦਿੰਦੇ ਨੇ ਆਪਾਂ ਨੂੰ ਵੀ ਤੁਸੀਂ ਦੀਵਾਨ ਵਿੱਚ ਕੀ ਕਰਨ ਜਾਓਗੇ, ਸਤਸੰਗ ਦੇ ਵਿੱਚ ਜਾਣ ਦਾ ਲਾਭ ਕੀ ਹੈ, ਐਸੇ ਬਚਨ ਕਰ ਜਾਂਦੇ ਨੇ। ਇਹ ਸੁੰਨ ਕਰ ਦੇਣ ਵਾਲੇ ਬਚਨ ਹਨ ਸਾਧ ਸੰਗਤ। ਪਰ ਜਿਨ੍ਹਾਂ ਨੇ ਨਾਮ ਹਿਰਦੇ 'ਚ ਵਸਾ ਲਿਆ ਉਹਨਾਂ ਤੇ ਇਹਨਾਂ ਬਚਨਾਂ ਦਾ ਕੋਈ ਅਸਰ ਨਹੀਂ ਹੁੰਦਾ। ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ 1675 ਦੇ ਵਿੱਚ ਹੋਈ ਹੈ। ਮਹਾਰਾਜ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਸੀਸ ਦਾ ਬਲੀਦਾਨ ਦਿੱਤਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਆਪਣੇ ਧਰਮ ਵਾਸਤੇ ਲੋਕ ਕੁਰਬਾਨ ਹੁੰਦੇ ਦੇਖੇ ਹਨ, ਪਰ ਦੂਜੇ ਦੇ ਧਰਮ ਵਾਸਤੇ ਜੇ ਕੁਰਬਾਨ ਹੋਏ ਨੇ, ਗੁਰੂ ਤੇਗ ਬਹਾਦਰ ਮਹਾਰਾਜ ਨੇ ਕੁਰਬਾਨੀ ਦਿੱਤੀ ਹੈ ਤਿਲਕ ਜੰਜੂ ਲਈ। ਪਹਿਲੇ ਜਾਮੇ ਦੇ ਵਿੱਚ ਧੱਕੇ ਨਾਲ ਪੰਡਿਤ ਮਹਾਰਾਜ ਨੂੰ ਜਨੇਊ ਪਹਿਨਾਉਣਾ ਚਾਹੁੰਦਾ ਸੀ, ਤੇ ਜਦੋਂ 9ਵਾਂ ਜਾਮਾ ਆਇਆ ਧੱਕੇ ਨਾਲ ਔਰੰਗਜ਼ੇਬ ਬਾਦਸ਼ਾਹ ਜਨੇਊ ਲਹਾਉਣਾ ਚਾਹੁੰਦਾ ਸੀ। ਔਰੰਗਜ਼ੇਬ ਬਾਦਸ਼ਾਹ ਪਹਿਲਾਂ ਕੱਟੜ ਨਹੀਂ ਸੀ। ਇਤਿਹਾਸ ਦੱਸਦਾ ਹੈ ਔਰੰਗਜ਼ੇਬ ਬਾਦਸ਼ਾਹ ਗੀਤਾ ਦਾ ਪਾਠ ਬ੍ਰਾਹਮਣ ਦੇ ਕੋਲੋਂ ਸੁਣਿਆ ਕਰਦਾ ਸੀ। ਉਸ ਬ੍ਰਾਹਮਣ ਦਾ ਆਸਣ ਵੀ ਉੱਚੀ ਜਗ੍ਹਾ ਤੇ ਲਾਉਂਦਾ ਸੀ। ਉਹਦੇ ਜਿਹੜੇ ਸਲਾਹਕਾਰ ਸੀ ਕਾਜੀ ਮਲਾਣੇ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ, ਪਰ ਡਰ ਦੇ ਮਾਰੇ ਬੋਲ ਵੀ ਨਹੀਂ ਸੀ ਸਕਦੇ। ਉਹ ਸਮੇਂ ਦੀ ਭਾਲ ਵਿੱਚ ਸਨ, ਮੌਕੇ ਦੀ ਭਾਲ 'ਚ ਸਨ। ਉਹ ਜਿਹੜਾ ਬ੍ਰਾਹਮਣ ਸੀ ਬੜਾ ਸਿਆਣਾ ਸੀ। ਗੀਤਾ ਦੇ ਵਿੱਚ ਸਵੈ ਧਰਮ ਦੇ ਸ਼ਲੋਕ ਨੇ, ਗੀਤਾ ਦੇ 18 ਅਧਿਆਏ ਨੇ, ਕਿਉਂਕਿ ਮਹਾਭਾਰਤ ਦਾ ਜਿਹੜਾ ਯੁੱਧ ਹੈ ਕੁਰੂਕਸ਼ੇਤਰ ਦੇ ਮੈਦਾਨ ਵਿੱਚ 18 ਦਿਨ ਚੱਲਿਆ। ਭਗਵਾਨ ਕ੍ਰਿਸ਼ਨ ਨੇ ਗੀਤਾ ਦੇ ਦੁਆਰਾ ਗਿਆਨ ਦਿੱਤਾ ਅਰਜਨ ਨੂੰ ਕਿ ਹੇ ਅਰਜਨ, ਜਿਨ੍ਹਾਂ ਨੂੰ ਤੂੰ ਆਪਣੇ ਸਮਝ ਰਿਹਾ ਕਿ ਇਹ ਭੀਸ਼ਮ ਪਿਤਾਮਾ ਮੇਰੇ ਦਾਦਾ ਜੀ ਹਨ, ਇਹਨਾਂ ਤੇ ਤੀਰ ਕਿਵੇਂ ਚਲਾਵਾਂਗਾ। ਦਰਦੋਜਨ ਮੇਰੇ ਤਾਏ ਦਾ ਸੁਪੁੱਤਰ ਹੈ, ਕਿਵੇਂ ਤੀਰ ਛੱਡਾਂਗਾ। ਗੁਰੂ ਦਰੋਣਾਚਾਰੀਆ ਮੇਰੇ ਗੁਰੂ ਦੇਵ ਹਨ, ਜਿਨ੍ਹਾਂ ਤੋਂ ਮੈਂ ਸਿੱਖਿਆ ਲਈ ਹੈ, ਕਿਵੇਂ ਤੀਰ ਉਹਨਾਂ ਵੱਲ ਛੱਡਾਂਗਾ। ਗੁਰੂ ਕਿਰਪਾਚਾਰੀਆ ਜੈਸੇ, ਗੁਰੂ ਦਰੋਣਾਚਾਰੀਆ, ਗੁਰੂ ਕਿਰਪਾਚਾਰੀਆ, ਭੀਸ਼ਮ ਪਿਤਾਮਾ ਜੈਸੇ, ਇਹ ਭਾਵੇਂ ਲੜ ਤਾਂ ਰਹੇ ਸੀ ਕੈਰਵਾਂ ਦੇ ਵੱਲੋਂ, ਪਰ ਅੰਦਰੋਂ ਇਹਨਾਂ ਦਾ ਜਿਹੜਾ ਪੱਖ ਸੀ ਪਾਂਡਵਾਂ ਦੇ ਵੱਲ ਸੀ। ਇਹਨਾਂ ਦੀ ਮਜਬੂਰੀ ਇਹ ਸੀ ਵੀ ਇਹਨਾਂ ਨੇ ਕਸਮ ਖਾਧੀ ਸੀ ਵੀ ਦਿੱਲੀ ਹਸਤਨਾਪੁਰ ਦਾ ਜਿਹੜਾ ਰਾਜਾ ਹੋਊ ਉਹਦੇ ਤੇ ਜਿਹੜਾ ਵੀ ਚੜ ਕੇ ਆਵੇਗਾ, ਭਾਵੇਂ ਸਕਾ ਪੁੱਤ ਕਿਉਂ ਨਾ ਹੋਵੇ, ਉਹਦੇ ਨਾਲ ਅਸੀਂ ਲੜਨਾ ਹੈ। ਦਿੱਲੀ ਹਸਤਨਾਪੁਰ ਦਾ ਰਾਜਾ ਉਸ ਸਮੇਂ ਤੇ ਧ੍ਰਿਤਰਾਸ਼ਟਰ ਸੀ। ਹਸਤਨਾਪੁਰ ਪਹਿਲਾ ਨਾਮ ਸੀ ਦਿੱਲੀ ਦਾ, ਬਾਅਦ ਵਿੱਚ ਦਿੱਲੀ ਨਾਮ ਪਿਆ ਹੈ। ਇਸ ਤਰ੍ਹਾਂ ਫਿਰ ਗੀਤਾ ਦੁਆਰਾ ਦੱਸਿਆ ਕਿ ਆਤਮਾ ਅਮਰ ਹੈ, ਆਤਮਾ ਨਾ ਮਰਦੀ ਹੈ, ਆਤਮਾ ਨਾ ਜੰਮਦੀ। ਆਤਮਾ ਜੰਮਣ ਮਰਨ ਦੇ ਚੱਕਰ 'ਚ ਨਹੀਂ, ਆਤਮਾ ਨੂੰ ਸ਼ਾਸਤਰ ਕੱਟ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਐਸਾ ਦੱਸਿਆ ਗਿਆ। ਉਹ ਗੀਤਾ ਦਾ ਪਾਠ ਸੁਣਾਉਂਦਾ ਹੁੰਦਾ, ਪਰ ਸਵੈ ਧਰਮ ਦੇ ਸ਼ਲੋਕ ਛੱਡ ਜਾਂਦਾ ਸੀ। ਉਹਨੂੰ ਪਤਾ ਸੀ ਪੰਡਤ ਨੂੰ ਵੀ ਜੇ ਮੈਂ ਆਹ ਪੰਗਤੀਆਂ ਸੁਣਾਤੀਆਂ ਔਰੰਗਜ਼ੇਬ ਖਿਲਾਫ ਨਾ ਕਿਤੇ ਹੋ ਜੇ, ਮੇਰੀ ਰੋਜੀ ਰੋਟੀ ਦਾ ਸਵਾਲ ਹੈ। ਇੱਕ ਦਿਨ ਦੇਖੋ ਕੁਦਰਤ ਖੇਡ ਰਚਦੀ ਹੈ, ਉਹ ਦਾਤਾ ਪਤਾ ਨਹੀਂ ਕਿਹੜਿਆਂ ਰੰਗਾਂ 'ਚ ਰਾਜੀ ਹੈ। ਇਹ ਇਤਿਹਾਸ ਬਾਨਾ ਸੀ। ਇੱਕ ਦਿਨ ਪੰਡਤ ਨੂੰ ਬੁਖਾਰ ਚੜ੍ਹ ਗਿਆ। ਜਦੋਂ ਪੰਡਤ ਨਾ ਗਿਆ, ਉਹਨੇ ਆਪਣੇ ਪੁੱਤਰ ਨੂੰ ਕਿਹਾ, ਹੇ ਸੁਪੁੱਤਰ, ਹੇ ਪੁੱਤਰ, ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਗੀਤਾ ਦਾ ਪਾਠ ਸੁਣਾਇਓ। ਜੇ ਤੁਸੀਂ ਅੱਜ ਨਾ ਗਏ, ਉਹ ਤਾਂ ਬਾਦਸ਼ਾਹ ਹੈ, ਰਾਜਾ ਹੈ, ਹੋਰ ਪੰਡਤ ਨਾ ਕਿਤੇ ਰੱਖ ਲਵੇ, ਆਪਣੀ ਰੋਜੀ ਰੋਟੀ ਚਲੀ ਜਾਊਗੀ। ਪਰ ਕੁਦਰਤ ਐਸੀ ਹੋਈ, ਉਹਦੀ ਮੱਤ ਤੇ ਪੜਦਾ ਪੈ ਗਿਆ।
ਉਹ ਦੱਸਣਾ ਭੁੱਲ ਗਿਆ ਵੀ ਆ ਨਾ ਪੜ੍ਹੀ ਤੂੰ। ਉਹ ਪੰਡਤ ਦਾ ਬੇਟਾ ਜਦੋਂ ਸੁਣਾਉਣ ਵਾਸਤੇ ਗਿਆ, ਉਹਨੇ ਸਵੈ ਧਰਮ ਦੇ ਸ਼ਲੋਕ ਸੁਣਾ ਦਿੱਤੇ। ਸਵੈ ਧਰਮ ਦੇ ਸ਼ਲੋਕ ਕੀ ਹਨ? ਸਵੈ ਧਰਮ ਦਾ ਭਾਵ ਸਵੈ ਧਰਮੰ ਨਿਧਨੰ ਸ਼ਰੈ ਪਰ ਧਰਮੋਂ ਭਿਆਵ, ਐਸਾ ਗੀਤਾ 'ਚ ਲਿਖਿਆ। ਇਹਦੀ ਪੰਜਾਬੀ 'ਚ ਤੁਹਾਨੂੰ ਦੱਸ ਦਈਏ ਅਰਥ ਕਿ ਆਪਣੇ ਧਰਮ ਦੇ ਵਿੱਚ ਮਰਨਾ ਚੰਗਾ ਹੁੰਦਾ ਹੈ, ਦੂਜੇ ਦੇ ਧਰਮ ਦੇ ਵਿੱਚ ਮਰਨਾ ਕਹਿੰਦੇ ਭੈਦਾਇਕ ਹੈ। ਪਰ ਧਰਮੋਂ ਭਿਆਵ ਦਾ ਅਰਥ ਹੈ ਦੂਜੇ ਦੇ ਧਰਮ 'ਚ ਮਰਨਾ ਭੈਦਾਇਕ ਹੈ, ਆਪਣਾ ਹੀ ਧਰਮ ਚੰਗਾ ਹੁੰਦਾ ਹੈ। ਜਦੋਂ ਔਰੰਗਜ਼ੇਬ ਦੇ ਕੰਨੀ ਇਹ ਗੱਲ ਪਈ, ਉਹਨੂੰ ਸੱਤੀ ਕੱਪੜੀ ਅੱਗ ਲੱਗ ਗਈ। ਉਹ ਕਹਿੰਦਾ ਜੇ ਆਪਣਾ ਹੀ ਧਰਮ ਚੰਗਾ, ਮੈਂ ਐਵੇਂ ਆ ਬ੍ਰਾਹਮਣਾਂ ਦੀ ਗੀਤਾ ਸੁਣੀ ਗਿਆ। ਉਹ ਕਾਜੀ ਮਲਾਣਿਆਂ ਨੇ ਉਹ ਤਾਂ ਇਸ ਭਾਲ 'ਚ ਸੀ, ਕਹਿਣ ਲੱਗੇ ਬਾਦਸ਼ਾਹ ਤੈਥੋਂ ਡਰਦੇ ਨਹੀਂ, ਅਸੀਂ ਤਾਂ ਬੋਲੇ ਇਹ ਤਾਂ ਨਾ ਇਹਦਾ ਕੋਈ ਫਾਇਦਾ ਨਹੀਂ। ਆਖਣ ਲੱਗੇ ਤੂੰ ਖੁਦਾ ਨੂੰ ਖੁਸ਼ ਕਰਨਾ ਚਾਹੁੰਦਾ ਹੈ? ਕਹਿਣ ਲੱਗਿਆ ਹਾਂ। ਕਹਿਣ ਲੱਗੇ ਫਿਰ ਇਉਂ ਕਰ, 2 ਤੋਂ 1 ਕਰ ਦੇ। ਇਹ ਜਿਹੜੇ ਹਿੰਦੂ ਹਨ, ਕਾਫਰ ਹਨ, ਬੁੱਤ ਪੂਜਕ ਹਨ, ਇਹਨਾਂ ਨੂੰ ਵੀ ਇਸਲਾਮ ਦੇ ਵਿੱਚ ਲਿਆ। ਇੱਥੋਂ ਔਰੰਗਜ਼ੇਬ ਵਿਰੋਧੀ ਹੋਇਆ ਸੀਗਾ। ਸਾਧ ਸੰਗਤ, ਜੋ ਇਤਿਹਾਸ ਦਾ ਪਿਛੋਕੜ ਹੈ ਇਹ ਹੈ ਕਿ ਪਹਿਲਾਂ ਗੀਤਾ ਦਾ ਪਾਠ ਸੁਣਦਾ ਹੁੰਦਾ, ਬ੍ਰਾਹਮਣ ਦੇ ਲੜਕੇ ਤੋਂ ਸਵੈ ਧਰਮ ਦੇ ਸ਼ਲੋਕ ਸੁਣ ਕੇ ਉਹਦਾ ਮਨ ਬਦਲ ਗਿਆ। ਬਲਦੀ ਤੇ ਤੇਲ ਪਾਤਾ ਕਾਜੀ ਮਲਾਣਿਆਂ ਨੇ। ਉੱਥੋਂ ਫਿਰ ਸਾਧ ਸੰਗਤ ਜੀ ਉਹ ਵਿਰੋਧੀ ਹੋ ਗਿਆ। ਫਿਰ ਉਹਨੇ ਨਾਅਰਾ ਲਾ ਦਿੱਤਾ, ਹਿੰਦੂ ਬੱਚਾ ਰਹਿਣ ਨਹੀਂ ਦੇਣਾ, ਇਕੱਠੇ ਹੋ ਕੇ ਬਹਿਣ ਨਹੀਂ ਦੇਣਾ। ਫਿਰ ਉਹ ਸਮੇਂ ਤੇ ਹਿੰਦੁਸਤਾਨ ਦੀਆਂ 22 ਸਟੇਟਾਂ ਸੀ, ਅੱਜ ਸਟੇਟਾਂ ਜ਼ਿਆਦੇ ਨੇ। ਉਦੋਂ ਸੂਬਾ ਕਹਿੰਦੇ ਹੁੰਦੇ ਸਟੇਟ ਦਾ, ਅੱਜ ਮੁੱਖ ਮੰਤਰੀ ਕਿਹਾ ਜਾਂਦਾ, ਉਦੋਂ ਸੂਬੇਦਾਰ ਕਹਿੰਦੇ ਹੁੰਦੇ। ਉਹਨੇ ਸੂਬੇਦਾਰਾਂ ਨੂੰ ਚਿੱਠੀਆਂ ਘੱਲੀਆਂ। ਜਿਹੜਾ ਕਸ਼ਮੀਰ ਸੀ ਨਾ, ਇੱਥੇ ਵਿਦਵਾਨ ਪੰਡਤ ਬਹੁਤ ਰਹਿੰਦੇ ਸੀ, ਇਹ ਗੜ੍ਹ ਸੀ ਕਸ਼ਮੀਰ ਵਿਦਵਾਨ ਪੰਡਤਾਂ ਦਾ। ਉਹਦੇ ਅਹਿਲਕਾਰਾਂ ਨੇ, ਕਾਜੀ ਮਲਾਣਿਆਂ ਨੇ ਕਿਹਾ ਕਿ ਜੇ ਕਸ਼ਮੀਰ ਦੇ ਵਿਦਵਾਨ ਪੰਡਤ ਮੁਸਲਮਾਨ ਬਣ ਜਾਣ, ਕਿਉਂਕਿ ਵਿਦਵਾਨ ਦੇ ਵਿੱਚ ਗੁਣ ਹੁੰਦਾ ਹੈ, ਵਿਦਵਾਨ ਆਪਣੇ ਪ੍ਰਚਾਰ ਦੇ ਨਾਲ ਆਪਣੇ ਧਰਮ 'ਚ ਵਾਧਾ ਕਰ ਸਕਦਾ ਹੈ। ਗੁਰੂ ਅਰਜਨ ਸਾਹਿਬ ਐਡੇ ਵਿਦਵਾਨ ਸੀ। ਗੁਰੂ ਹੈ, ਉਹ ਤਾਂ ਵਿਦਵਾਨਾਂ ਨੂੰ ਪੈਦਾ ਕਰਨ ਵਾਲੇ ਨੇ। ਉਹਨਾਂ ਨੇ ਤਾਂ ਛੜੀ ਰੱਖ ਦਿੱਤੀ 8ਵੇਂ ਜਾਮੇ 'ਚ ਛੱਜੂ ਝਿਉਰ ਦੇ ਸਿਰ ਤੇ। ਉਹ ਛੱਜੂ ਝੀਵਰ ਜਿਹੜਾ ਮੈਂਟਲ ਸੀਗਾ, ਝੱਲਾ ਸੀ, ਆ ਪੰਜੋਖਰਾ ਸਾਹਿਬ ਛੜੀ ਧਰ ਕੇ ਉਹਨੂੰ ਗੀਤਾ ਦੇ ਅਰਥ ਕਰਾਤੇ। ਭਿਖਾਰੀ ਤੇ ਰਾਜ ਕਰਾਵੇ, ਭਿਖਾਰੀਆਂ ਨੂੰ ਰਾਜ ਦੇਣ ਵਾਲੇ ਸਤਿਗੁਰੂ, ਭਿਖਾਰੀਆਂ ਨੂੰ ਰਾਜ ਦੇਣ ਵਾਲੇ। ਪਹਿਲੇ ਜਾਮੇ 'ਚ ਕਸ਼ਮੀਰ ਦੇ ਵਿੱਚ ਇੱਕ ਭੇਡਾਂ ਬੱਕਰੀਆਂ ਚਾਰਨ ਵਾਲੇ ਨੂੰ ਰਾਜਾ ਹੋਣ ਦਾ ਵਰ ਦੇਤਾ। ਸੱਚਮੁੱਚ ਉਹਦੇ ਅੱਜ ਤੱਕ ਵੀ ਰਾਜੇ ਧਨਾੜ ਨੇ ਉਹਦੀ ਕੁੱਲ 'ਚ। 7ਵੇਂ ਜਾਮੇ 'ਚ ਕਾਲੇ ਦੇ ਪੁੱਤਰ ਸੰਦਲੀ ਤੇ ਫੂਲ ਨੂੰ ਯਤੀਮ ਬੱਚੇ ਸੀ, ਗੁਰੂ ਹਰਿ ਰਾਏ ਨੇ ਵਰ ਦਿੱਤਾ। ਉਹ ਪੇਟ ਤੇ ਹੱਥ ਮਾਰਦੇ ਸੀ ਕਿ ਸਾਡਾ ਪੇਟ ਖਾਲੀ ਹੈ, ਭੁੱਖ ਲੱਗੀ ਹੈ। ਮਹਾਰਾਜ ਨੇ ਆਖ ਦਿੱਤਾ ਤੁਸੀਂ ਰਾਜੇ ਹੋਵੋਗੇ। ਗੁਰੂ ਤਾਂ ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ। ਪੰਡਤ ਤੇ ਮੁਗਧਾਰੀ ਪੰਡਤਾਂ ਨੂੰ ਮੂਰਖ ਬਣਾ ਦਿੰਦਾ, ਮੂਰਖਾਂ ਨੂੰ ਪੰਡਤ ਬਣਾ ਦਿੰਦਾ। ਉਹ ਸਮੇਂ ਤੇ ਗੁਰੂ ਅਰਜਨ ਸਾਹਿਬ ਦਾ ਪ੍ਰਚਾਰ ਇੰਨਾ ਜ਼ਬਰਦਸਤ ਸੀ, ਸਤਿਗੁਰਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਮੁਸਲਮਾਨ ਸਿੱਖ ਲੱਗੇ ਸੀ ਬਣਨ। ਮਹਾਰਾਜ ਦੀ ਸ਼ਹੀਦੀ ਦਾ ਮੁੱਖ ਕਾਰਨ ਇਹੀ ਸੀ, ਉਹਨਾਂ ਦਾ ਪ੍ਰਚਾਰ। ਹੋਰ ਕੋਈ ਚੰਦੂ ਦੀ ਲੜਕੀ ਦੇ ਰਿਸ਼ਤੇ ਨਾਲ ਨਾ ਇਹਨੂੰ ਜੋੜਿਆ ਕਰੋ ਸ਼ਹੀਦੀ ਨੂੰ। ਫਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਾ ਪ੍ਰਚਾਰ ਕੀ ਹੈ? ਅੱਜ ਪ੍ਰਚਾਰਕ ਤਾਂ ਬਹੁਤ ਨੇ ਸਾਡੇ ਵਰਗੇ, ਪਰ ਆਪਣਾ ਕੋਈ ਨਿਤਨੇਮ ਨਹੀਂ, ਸਿਮਰਨ ਨਹੀਂ। ਜਿਸ ਪ੍ਰਚਾਰਕ ਦਾ ਆਪਣਾ ਨਿਤਨੇਮ ਨਹੀਂ, ਸਿਮਰਨ ਨਹੀਂ, ਲੱਖ ਢੋਲਕੀਆਂ ਕੁੱਟੀ ਜਾਵੇ ਸਾਧ ਸੰਗਤ, ਕੱਖ ਨਹੀਂ ਕਿਸੇ ਦੇ ਪੱਲੇ ਪਾ ਸਕਦਾ। ਇਹ ਚਿਮਟੇ ਢੋਲਕਾਂ ਦਾ ਨਾਂ ਸੰਤ ਨਹੀਂ ਵੀ ਚੰਗਾ ਖੜਕਾ ਦੜਕਾ ਕਰੇ ਕੋਈ। ਸੰਤ ਨਾਂ ਸਿਮਰਨ ਦਾ ਹੈ। ਅੱਜ ਵੀ ਐਸੇ ਮਹਾਂਪੁਰਖ ਹੈਗੇ ਹਨ, 95 ਸਾਲ ਦੀ ਉਮਰ ਹੈ। ਅਸੀਂ ਉਦਾਹਰਨ ਦਿੰਨੇ ਹੁੰਨੇ ਆ, ਅਸੀਂ ਖੁਦ ਦਰਸ਼ਨ ਨਹੀਂ ਕਰੇ ਉਹਨਾਂ ਦੇ। ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਤਮਾ, ਉਹ ਸੰਗਰਾਂਦ ਵਾਲੇ ਦਿਨੇ ਥੋੜਾ ਸਮਾਂ ਬਾਹਰ ਆਉਂਦੇ ਨੇ,
ਆਪਾਂ ਸੁੱਤੇ ਹੁੰਨੇ ਆ ਤੇ ਉਹ 22 ਘੰਟੇ ਦਿਨ ਰਾਤ ਸਿਮਰਨ ਕਰਦੇ ਨੇ। ਇੱਕ ਮਹਾਤਮਾ 2 ਸਾਲ ਪਹਿਲਾਂ ਸੱਚਖੰਡ ਗਮਨ ਕਰ ਗਏ, ਬਾਬਾ ਪ੍ਰੀਤਮ ਸਿੰਘ ਅੰਬੇ ਮਾਜਰੇ ਵਾਲੇ, 113 ਸਾਲਾਂ ਦੀ ਉਮਰ। ਅਸੀਂ 2 ਵਾਰੀ ਦਰਸ਼ਨ ਕਰੇ। ਉਹਨਾਂ ਦੀ ਅਵਸਥਾ ਇਹ ਸੀ ਜਿਵੇਂ ਸੰਤ ਬਾਬਾ ਠਾਕਰ ਸਿੰਘ ਦੀ ਅਵਸਥਾ ਸੀ ਕਿ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਉਹ ਦੁਨਿਆਵੀ ਬਚਨ ਨਹੀਂ ਸੀ ਕੋਈ ਕਰਦੇ। ਅੱਜ ਜਿਨ੍ਹਾਂ ਦੀ ਯਾਦ ਮਨਾ ਰਹੇ ਹੋ ਸੰਤ ਬਾਬਾ ਠਾਕਰ ਸਿੰਘ ਦੀ ਕਿਰਪਾ ਨਾਲ ਆ 2 ਅੱਖਰ ਸਾਨੂੰ ਇੱਥੇ ਬੋਲਣੇ ਆਉਂਦੇ ਨੇ। ਸੰਤ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲੇ, ਉਹਨਾਂ ਦੇ ਨਾਲ ਵੀ ਰਹਿਣ ਦਾ ਸਮਾਂ ਮਿਲਿਆ। ਵੱਡਿਆਂ ਦਾ ਆਸ਼ੀਰਵਾਦ ਹੁੰਦਾ, ਉਹ ਵੀ ਦਾਸਾਂ ਨੂੰ ਆਸ਼ੀਰਵਾਦ ਦੇ ਕੇ ਨਿਵਾਜਦੇ ਰਹੇ ਨੇ। ਸਾਧ ਸੰਗਤ, ਗੁਰੂ ਤਾਂ ਐਡੇ ਸਮਰੱਥ ਹਨ। ਫਿਰ ਉਹ ਸਮੇਂ ਤੇ ਜਿਹੜਾ ਕਸ਼ਮੀਰ ਦਾ ਸੂਬਾ ਸੀ ਉਹਨੇ ਜ਼ਿਆਦੇ ਅੱਤ ਚੁੱਕ ਲਈ ਤੇ ਉਹਨੇ ਇੰਨੀ ਅੱਤ ਚੁੱਕੀ, ਇੱਕ ਸਮਾਂ ਐਸਾ ਆਇਆ ਵੀ ਹਿੰਦੂਆਂ ਦੇ 1.25 ਮਣ ਜੰਜੂ ਲਾਹੇ ਗਏ। ਇੱਕ ਜਨੇਊ ਅੱਧੇ ਤੋਲੇ ਦਾ ਹੁੰਦਾ। ਆਮ ਤੌਰ ਤੇ ਕੋਈ ਕੜਾ ਪਾਉਂਦਾ ਹੱਥ 'ਚ ਤੋਲੇ ਦਾ, ਅੱਧਾ ਤੋਲਾ, ਤੇ 1.25 ਮਣ ਦੇ ਵਿੱਚ ਕਿੰਨੇ ਜਨੇਊ ਚੜਨਗੇ? ਤੁਸੀਂ ਸਿਆਣੇ ਬੈਠੇ ਹੋ, ਹਿਸਾਬ ਲਾਓ। ਇਹਦਾ ਮਤਲਬ ਇੰਨੇ ਬੰਦਿਆਂ ਨੂੰ ਕਤਲ ਕੀਤਾ ਜਾਂਦਾ ਸੀ। ਔਰੰਗਜ਼ੇਬ ਨੇ ਕਤਲਗਾਹਾਂ ਬਣਾਤੀਆਂ ਵੀ ਪਹਿਲਾਂ ਤਾਂ ਲਾਲਚ ਦਿਓ, ਜੇ ਲਾਲਚ 'ਚ ਨਹੀਂ ਆਉਂਦੇ ਡਰ ਦਿਓ, ਜੇ ਫੇਰ ਵੀ ਨਹੀਂ ਤਾਂ ਇਹਨਾਂ ਨੂੰ ਕਤਲ ਕਰ ਦਿਓ। ਤਿਲਕ ਜੰਜੂ ਮੈਨੂੰ ਦਿਖਣਾ ਨਹੀਂ ਚਾਹੀਦਾ, ਮੰਦਰ ਭੰਨ ਕੇ ਮਸੀਤਾਂ ਬਣਾਤੀਆਂ। ਐਡਾ ਮਾੜਾ ਹਾਲ ਹੋ ਗਿਆ ਹਿੰਦੂ ਕੌਮ ਦਾ। ਜੇ ਕਿਸੇ ਹਿੰਦੂ ਦੇ ਘਰੇ ਕੋਈ ਪਸ਼ੂ ਮਰ ਜਾਂਦਾ, ਜੇ ਹਿੰਦੂ ਕੋਈ ਸੁਨੇਹਾ ਦਿੰਦਾ ਕਿਸੇ ਨੂੰ ਵੀ ਪਸ਼ੂ ਮਰਿਆ ਪਿਆ ਸਾਡੇ, ਉਸੇ ਦੇ ਘਰੇ ਉਹਦੀ ਵੱਢ ਟੁੱਕ ਕਰੀ ਜਾਂਦੀ ਸੀ। ਜਿੱਥੇ ਹਿੰਦੂ ਪਾਣੀ ਭਰਦੇ ਸੀ ਉੱਥੇ ਪਸ਼ੂਆਂ ਦੇ ਹੱਡ ਸੁੱਟੇ ਜਾਂਦੇ ਸੀ। ਇੰਨਾ ਮਾੜਾ ਸਮਾਂ ਆ ਗਿਆ। ਮੰਦਰਾਂ 'ਚ ਟੱਲੀਆਂ ਵਜਾਉਣ ਦਾ ਹੁਕਮ ਨਹੀਂ। ਫਿਰ ਸ਼ੇਰ ਅਫਗਾਨ ਖਾਂ, ਕਸ਼ਮੀਰ ਦਾ ਸੂਬਾ, ਉਹਨੇ ਬ੍ਰਾਹਮਣਾਂ ਨੂੰ ਇਕੱਠੇ ਕੀਤਾ ਕਿ ਤੁਸੀਂ ਇਸਲਾਮ ਕਬੂਲ ਕਰੋ, ਨਹੀਂ ਮਾਰ ਦਿੱਤੇ ਜਾਓਗੇ। ਫਿਰ ਕਿਰਪਾ ਰਾਮ ਵਰਗੇ ਸਿਆਣੇ ਪੰਡਤਾਂ ਨੇ ਆਖਿਆ ਕਿ ਹੇ ਸੂਬਾ ਏ ਕਸ਼ਮੀਰ, ਸਾਨੂੰ 6 ਮਹੀਨੇ ਦਾ ਸਮਾਂ ਦੇ ਦੇ। 6 ਮਹੀਨੇ ਦਾ ਸਮਾਂ ਅਸੀਂ ਆਪਣੇ ਦੇਵਤੇ ਦੀ ਅਰਾਧਨਾ ਕਰਾਂਗੇ। ਜੇ ਸਾਡੀ ਕੋਈ ਰੱਖਿਆ ਨਾ ਕਰ ਸਕਿਆ, ਅਸੀਂ ਬ੍ਰਾਹਮਣ ਬਣਨ ਵਾਸਤੇ ਤਿਆਰ ਹਾਂ, ਬ੍ਰਾਹਮਣਾਂ ਤੋਂ ਮੁਸਲਮਾਨ ਹੋਣ ਲਈ ਤਿਆਰ ਹਾਂ। ਉਹ ਤਾੜੀ ਮਾਰ ਕੇ ਹੱਸਿਆ ਸੂਬਾ ਏ ਕਸ਼ਮੀਰ, ਕਹਿੰਦਾ ਬ੍ਰਾਹਮਣੋ ਚਲੋ ਤੁਹਾਡਾ ਭੁਲੇਖਾ ਨਾ ਰਹੇ, ਇਹ ਵੀ ਮੈਂ ਸਮਾਂ ਦੇ ਦਿੰਨਾ। ਉਹ ਕਾਮਲੇ ਹੋਇਓ ਤੁਸੀਂ, ਜਿਹੜੇ ਦੇਵਤੇ ਆਪਣੇ ਮੰਦਰਾਂ ਦੀ ਰਾਖੀ ਨਹੀਂ ਕਰ ਸਕੇ, ਅਸੀਂ ਮੰਦਰ ਤੋੜਤੇ, ਮੂਰਤੀਆਂ ਤੋੜ ਕੇ ਚੂਨਾ ਬਣਾ ਕੇ ਸਾਡੀਆਂ ਮਸੀਤਾਂ ਨੂੰ ਲਾਤਾ। ਜਿਹੜੇ ਦੇਵਤੇ ਆਪਣੀਆਂ ਮੂਰਤੀਆਂ ਦੀ ਰਾਖੀ ਨਹੀਂ ਕਰ ਸਕੇ, ਭਲਿਓ ਤੁਹਾਡੀ ਰਾਖੀ ਕਿੱਥੇ ਕਰਨਗੇ? ਜਾਓ, ਕਹਿੰਦੇ ਇਹ ਵੀ ਮਨ ਦੀ ਜਿਹੜੀ ਹੈ ਨਾ, ਇਹ ਵੀ ਮਟਾ ਲਓ ਤੁਸੀਂ ਸ਼ੰਕਾ। ਫਿਰ ਜਿੱਥੇ ਅਮਰਨਾਥ ਦਾ ਮੰਦਰ ਹੈ, ਉੱਥੇ ਸ਼ਿਵਲਿੰਗ ਹੈ, ਉੱਥੇ ਅੱਜ ਕੱਲ੍ਹ ਬਹੁਤ ਹਿੰਦੂ ਜਾਂਦੇ ਹੈ। ਉਹ ਅਮਰਨਾਥ ਦੇ ਮੰਦਰ ਦੇ ਵਿੱਚ ਜੋ ਇਤਿਹਾਸ ਪੜ੍ਹਿਆ ਟਕਸਾਲ ਦੇ ਮਹਾਂਪੁਰਖਾਂ ਤੋਂ ਜਾਂ ਸੁਣਿਆ, ਦੱਸਿਆ ਜਾਂਦਾ, ਕਹਿੰਦੇ ਕਿਰਪਾ ਰਾਮ ਦੀ ਅਗਵਾਈ 'ਚ ਬ੍ਰਾਹਮਣਾਂ ਨੇ 7 ਦਿਨ ਤੇ 7 ਰਾਤਾਂ ਅੰਨ ਜਲ ਛੱਡ ਕੇ ਓਮ ਨਮः ਸ਼ਿਵਾਏ, ਓਮ ਨਮः ਸ਼ਿਵਾਏ ਦਾ ਜਾਪ ਕੀਤਾ। 7ਵੇਂ ਦਿਨ ਕਈ ਵਿਦਵਾਨਾਂ ਨੇ ਲਿਖਿਆ ਵੀ ਆਕਾਸ਼ ਤੋਂ ਪੱਤਰਕਾ ਸਿੱਟੀ ਸ਼ਿਵ ਜੀ ਨੇ, ਕਈਆਂ ਨੇ ਲਿਖਿਆ ਆਕਾਸ਼ਬਾਣੀ ਹੋਈ। ਪਰ ਜੋ ਵੀ ਹੈ, ਪਰ ਅਰਥ ਇਹਦਾ ਇੱਕੋ ਹੀ ਹੈ, ਆਕਾਸ਼ਬਾਣੀ ਹੋਈ ਕਿ ਹੇ ਬ੍ਰਾਹਮਣੋ, ਇਹ ਕਲਯੁਗ ਦਾ ਭਿਆਨਕ ਸਮਾਂ ਹੈ। ਹੁਣ ਅਸੀਂ ਦੇਵੀ ਦੇਵਤੇ ਤੁਹਾਡੀ ਰਾਖੀ ਨਹੀਂ ਕਰ ਸਕਦੇ। ਕਲਯੁਗ ਦੇ ਵਿੱਚ ਗੁਰੂ ਨਾਨਕ ਦਾ ਰਾਜ ਹੈ, ਗੁਰੂ ਨਾਨਕ ਦਾ ਸਿੱਕਾ ਚੱਲਦਾ ਹੈ। ਗੁਰੂ ਨਾਨਕ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਜੀ ਹਨ। ਉਹ ਆਨੰਦਪੁਰ ਦੇ ਵਿੱਚ ਰਹਿ ਰਹੇ ਨੇ। ਇਹ ਆਨੰਦਪੁਰ ਪਹਿਲਾਂ ਮਾਖੇਵਾਲ ਸੀਗਾ, ਮਾਖੇਵਾਲ ਦਾ ਟਿੱਬਾ। ਇੱਥੇ ਮਾਖੇ ਦੈਂਤ ਦੀ ਰੂਹ ਰਿਹਾ ਕਰਦੀ ਸੀ। ਮਾਖੇ ਦੈਂਤ ਦੀ ਰੂਹ ਨੂੰ ਕੱਢਿਆ। ਮਹਾਰਾਜ ਨੇ ਕਿਹਾ ਕਿ ਭਾਈ ਤੂੰ ਸਰਹੰਦ ਚਲੀ ਜਾ, ਹੇ ਰੂਹੇ, ਉੱਥੇ ਬਹੁਤ ਵੱਡਾ ਅਪੱਦਰ ਹੋਣਾ ਹੈ। ਸੱਚਮੁੱਚ ਉਹ ਬਚਨ ਗੁਰੂ ਦੇਵ ਦੇ 45 ਸਾਲਾਂ 40 ਸਾਲਾਂ ਬਾਅਦ ਪੂਰੇ ਹੋਏ।
ਸਾਹਿਬਜ਼ਾਦਿਆਂ ਦੀ ਸ਼ਹੀਦੀ, ਕਿਉਂਕਿ ਗੁਰੂ ਤਾਂ ਅੰਤਰਜਾਮੀ ਹੈ ਨਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਅਤੇ ਫਿਰ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਉਜਾੜਿਆ। ਇਹ ਬਚਨ ਮਹਾਰਾਜ ਨੇ ਪਹਿਲੀ ਕਰਤੇ ਸੀ 1675 ਚ। ਗੁਰੂ ਤੇਗ ਬਹਾਦਰ ਨੇ 1675 ਦੇ ਵਿੱਚ 1,57,000 ਦੀ ਜਗ੍ਹਾ ਲਈ ਸੀ ਰਾਜਾ ਦਲੀਪ ਚੰਦ ਤੋਂ। 1,57,000 ਦੀ 350 ਸਾਲਾ ਆਨੰਦਪੁਰ ਦਾ ਮਲਾਕ ਹੁਣ ਆਪਾਂ ਮਨਾਇਆ। 1,57,000 ਦੀ ਜਗ੍ਹਾ ਉਹ ਸਮੇਂ 'ਚ ਲੈ ਕੇ ਆਨੰਦਪੁਰ ਵਸਾਇਆ। ਇਹ ਦਲੀਪ ਚੰਦ ਰਾਜੇ ਭੀਮ ਚੰਦ ਦਾ ਪਿਤਾ ਸੀ। ਰਾਜਾ ਭੀਮ ਚੰਦ ਰਾਜੇ ਤਾਰੇ ਚੰਦ ਦਾ ਪੁੱਤਰ ਸੀ। ਤਾਰਾ ਚੰਦ ਨੂੰ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਕੱਢਿਆ ਸੀ। 6ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਦੇ ਸਾਧ ਸੰਗਤ ਪਿਤਾ ਜੀ ਸਨ। 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਦਾਦਾ ਜੀ ਲੱਗਦੇ ਸੀ। ਇਧਰੋਂ ਭੀਮ ਚੰਦ ਦਾ ਦਾਦਾ ਤਾਰਾ ਚੰਦ, ਜਿਹੜਾ 10ਵੇਂ ਪਾਤਸ਼ਾਹ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਕੱਢਿਆ। ਇਹ ਭੀਮ ਚੰਦ ਅਕਿਰਤ ਘਣ ਹੋ ਕੇ ਗੁਰੂ ਘਰ ਨਾਲ ਟੱਕਰਾਂ ਲੱਗ ਗਿਆ ਲੈਣ। ਭੁੱਲ ਗਿਆ ਕਿ ਇਹਨਾਂ ਦੇ ਦਾਦੇ ਨੇ ਮੇਰੇ ਦਾਦੇ ਨੂੰ ਉੱਥੋਂ ਕੱਢਿਆ ਗਵਾਲੀਅਰ ਦੇ ਕਿਲੇ ਚੋਂ। ਫਿਰ ਕਿਰਪਾ ਰਾਮ ਦੀ ਅਗਵਾਈ 'ਚ ਪੰਡਤਾਂ ਦਾ ਜਥਾ ਆਇਆ ਆਨੰਦਪੁਰ। 10ਵੇਂ ਪਾਤਸ਼ਾਹ ਚੋਜੀ ਪ੍ਰੀਤਮ ਦੀ ਉਮਰ 9 ਸਾਲਾਂ ਦੀ ਸੀ। ਪਰ ਮਹਾਂਪੁਰਖਾਂ ਦਾ, ਗੁਰੂਆਂ ਪੀਰਾਂ ਦਾ ਉਮਰਾਂ ਦੇ ਨਾਲ ਸੰਬੰਧ ਨਹੀਂ ਹੋਇਆ ਕਰਦਾ। ਸ਼ਕਤੀ ਦਾ ਸੰਬੰਧ ਭਗਤੀ ਨਾਲ ਹੁੰਦਾ, ਉਮਰ ਦੇ ਨਾਲ ਨਹੀਂ ਹੁੰਦਾ। ਗੁਰੂ ਹਰਕ੍ਰਿਸ਼ਨ ਮਹਾਰਾਜ ਪੌਣੇ 8 ਸਾਲਾਂ ਦੀ ਉਮਰ 'ਚ ਤਾਂ ਸੱਚਖੰਡ ਚਲੇ ਗਏ ਸੀ। ਇਹ ਨਹੀਂ ਵੀ ਜਿਹਦੀ ਜ਼ਿਆਦਾ ਵੱਡੀ ਉਮਰ ਹੈ ਉਹ ਜ਼ਿਆਦਾ ਵੱਡਾ ਕੋਈ ਬ੍ਰਹਮ ਗਿਆਨੀ ਹੋਵੇਗਾ। ਸ਼ਕਤੀ ਦਾ ਸੰਬੰਧ ਸੰਗ ਤੇ ਭਗਤੀ ਦੇ ਨਾਲ ਹੈ, ਉਮਰ ਦੇ ਨਾਲ ਕੋਈ ਸੰਬੰਧ ਨਹੀਂ। ਉਹ ਸਮੇਂ ਤੇ ਫਿਰ ਕਿਰਪਾ ਰਾਮ ਦੀ ਅਗਵਾਈ 'ਚ ਪੰਡਤ ਆਏ, ਬੇਨਤੀਆਂ ਲੱਗੇ ਕਰਨ। ਅੱਖਾਂ ਚੋਂ ਜਲ ਵਗ ਰਿਹਾ ਹੈ, ਉਹਨਾਂ ਦੇ ਬੁੱਲ ਕੰਬ ਰਹੇ ਹਨ ਤੇ ਆਵਾਜ਼ ਆਈ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ। ਉਹ ਸਾਡਾ ਡੁੱਬਦਾ ਧਰਮ ਵਿਚਾਲੋ, ਜੇ ਕਰ ਬਚਦਾ, ਜੇ ਕਰ ਬਚਦਾ। ਡੁੱਬਦਾ ਧਰਮ ਵਿਚਾਲੋ, ਜੇ ਕਰ ਬਚਦਾ, ਜੇ ਕਰ ਬਚਦਾ। ਸਾਡਾ ਡੁੱਬਦਾ ਧਰਮ ਵਿਚਾਲੋ, ਜੇ ਕਰ ਬਚਦਾ, ਜੇ ਕਰ ਬਚਦਾ। ਸਾਡਾ ਡੁੱਬਦਾ ਧਰਮ ਵਿਚਾਲੋ, ਜੇ ਕਰ ਬਚਦਾ, ਜੇ ਕਰ ਬਚਦਾ। ਡੁੱਬਦਾ ਧਰਮ ਵਿਚਾਲੋ ਜੀ, ਜੇ ਕਰ ਬਚਦਾ, ਜੇ ਕਰ ਬਚਦਾ। ਡੁੱਬਦਾ ਧਰਮ ਵਿਚਾਲੋ, ਡੁੱਬਦਾ ਧਰਮ ਵਿਚਾਲੋ, ਜੇ ਕਰ ਬਚਦਾ, ਜੇ ਕਰ ਬਚਦਾ। ਸਾਡਾ ਧਰਮ ਵਿਚਾਲੋ, ਜੇ ਕਰ ਬਚਦਾ, ਜੇ ਕਰ ਬਚਦਾ। ਸਾਡਾ ਡੁੱਬਦਾ ਧਰਮ ਵਿਚਾਲੋ, ਜੇ ਕਰ ਬਚਦਾ, ਜੇ ਕਰ ਬਚਦਾ। ਸਾਡਾ ਜਿਹੜਾ ਧਰਮ ਹੈ ਡੁੱਬ ਰਿਹਾ ਹੈ, ਬਚਾਓ। ਉਹ ਸਮੇਂ ਤੇ ਫਿਰ ਉਦਾਸ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਵੀ, ਕਿਉਂਕਿ ਦਿਆਲੂ ਕਿਰਪਾਲੂ ਗੁਰੂ ਗਰੀਬ ਨਵਾਜ ਦੂਜਿਆਂ ਦੇ ਦੁੱਖ ਨੂੰ ਆਪਣਾ ਸਮਝਦੇ ਨੇ। ਬਹੁਤ ਉਦਾਸ ਹੋਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ, ਗੋਬਿੰਦ ਰਾਏ ਉਦੋਂ ਨਾਮ ਸੀ ਉਹਨਾਂ ਦਾ,
ਉਹ ਸੱਚੇ ਪਾਤਸ਼ਾਹ ਫਿਰ ਕਹਿਣ ਲੱਗੇ ਕਿ ਹੇ ਪਿਤਾ ਜੀ, ਇਹ ਕੌਣ ਹਨ? ਸੱਚੇ ਪਾਤਸ਼ਾਹ, ਆਪ ਇੰਨੇ ਉਦਾਸ ਕਿਉਂ? ਮੈਂ ਅੱਜ ਤੱਕ ਆਪ ਨੂੰ ਇੰਨੇ ਉਦਾਸ ਨਹੀਂ ਦੇਖਿਆ। ਨੌਵੇਂ ਪਾਤਸ਼ਾਹ ਦਸਵਿਆਂ ਨੂੰ ਕਹਿਣ ਲੱਗੇ, ਬੇਟਾ ਜਾਓ, ਤੁਸੀਂ ਬੱਚੇ ਹੋ, ਖੇਡੋ, ਇਹ ਬੱਚਿਆਂ ਦੇ ਪੁੱਛਣ ਵਾਲੀਆਂ ਗੱਲਾਂ ਨਹੀਂ। ਕਿਉਂਕਿ ਗੁਰੂ ਜਿੱਥੇ ਅੰਤਰਜਾਮੀ ਹੈ, ਗੁਰੂ ਮਰਿਆਦਾ ਪੁਰਸ਼ੋਤਮ ਵੀ ਹੈ। ਗੁਰੂ ਜੀ ਜਾਣਦੇ ਸੀ। ਤਾਂ ਫਿਰ ਮਹਾਰਾਜ, ਇਹ ਕੌਣ ਨੇ? ਨੌਵੇਂ ਪਾਤਸ਼ਾਹ ਨੇ ਕਿਹਾ, ਬੇਟਾ ਗੋਬਿੰਦ ਰਾਏ, ਇਹ ਕਸ਼ਮੀਰ ਦੇ ਬ੍ਰਾਹਮਣ ਹਨ। ਦਸਵੇਂ ਪਾਤਸ਼ਾਹ ਕਹਿਣ ਲੱਗੇ, ਮਹਾਰਾਜ, ਅੱਜ ਤੱਕ ਜਿਹੜਾ ਤੁਹਾਡੀ ਸ਼ਰਨ 'ਚ ਰੋਂਦਾ ਆਇਆ ਨਾ, ਉਹ ਹੱਸਦਾ ਗਿਆ। ਇਹ ਰੋ ਕਿਉਂ ਰਹੇ ਨੇ? ਇਹਨਾਂ ਦਾ ਦੁੱਖ ਕੀ ਹੈ? ਕਹਿਣ ਲੱਗੇ, ਬੇਟਾ, ਬਾਦਸ਼ਾਹ ਜਿਹੜਾ ਹੁੰਦਾ ਹੈ ਦੇਸ਼ ਦਾ, ਉਹ ਪਰਜਾ ਦੀ ਵਾੜ ਹੁੰਦਾ ਹੈ। ਜੇ ਪਰਜਾ, ਜੇ ਵਾੜ ਖੇਤ ਨੂੰ ਖਾਣ ਲੱਗ ਜਾਵੇ ਤਾਂ ਪਰਜਾ ਦਾ ਤੇ ਖੇਤ ਦਾ ਕੀ ਬਣੇਗਾ? ਅੱਜ ਦਾ ਵੀ ਸਮਾਂ ਐਸਾ ਹੈ, ਕਈ ਰਾਜੇ ਸ਼ੀ ਮੁਕੱਦਮ ਕੁੱਤੇ ਐਸੇ ਬਣੇ ਪਏ ਨੇ। ਉਹਨਾਂ ਦਾ ਫਰਜ਼ ਹੈ ਪਰਜਾ ਨੂੰ ਸੁੱਖ ਦੇਣਾ, ਤੇ ਪਰ ਦੁੱਖ ਦੇ ਰਹੇ ਹੈ। ਚਾਹੇ ਪ੍ਰਾਈਮ ਮਿਨਿਸਟਰ ਹੈ, ਚਾਹੇ ਕੋਈ ਵੀ ਹੈ, ਜੋ ਸੱਚ ਹੈ ਉਹ ਸੱਚ ਹੈ। ਸਾਧ ਸੰਗਤ, ਇਹ ਨਹੀਂ ਵੀ ਪਹਿਲਾਂ ਹੀ ਮਾੜੇ ਰਾਜੇ ਹੁੰਦੇ, ਅੱਜ ਵੀ ਨੇ। ਚੰਗੇ ਰਾਜੇ ਪਹਿਲਾਂ ਵੀ ਸੀ, ਚੰਗੇ ਰਾਜਨੀਤਿਕ ਲੋਕ ਅੱਜ ਵੀ ਨੇ। ਸਾਰੇ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ। ਧਰਮੀ ਰਾਜੇ ਵੀ ਹੋਏ ਨੇ। ਅਕਬਰ ਬਾਦਸ਼ਾਹ ਕਿੱਡਾ ਸ਼ਰਧਾਲੂ ਸੀ। ਰਾਜਾ ਜਨਕ ਕਿੱਡਾ ਵੱਡਾ ਭਗਤ ਹੋਇਆ। ਰਾਜਾ ਹਰੀਸ਼ ਚੰਦਰ ਕਿੱਡਾ ਵੱਡਾ ਭਗਤ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਆਉਂਦਾ। ਫਿਰ ਉਹ ਸਮੇਂ ਤੇ ਕਹਿਣ ਲੱਗੇ, ਬਾਦਸ਼ਾਹ ਜਿਹੜਾ ਨਾ, ਉਹਦਾ ਫਰਜ਼ ਬਣਦਾ ਰਾਜੇ ਚੂਲੀ ਨਿਆਵ ਕੀ ਇਨਸਾਫ ਕਰੇ, ਪਰ ਉਹ ਬੇਇਨਸਾਫੀਆਂ ਕਰ ਰਿਹਾ ਹੈ। ਇਹਨਾਂ ਦਾ ਧਰਮ ਖਾਤਰੇ 'ਚ ਹੈ, ਉਹ ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਗੋਬਿੰਦ ਰਾਏ ਜੀ ਨੇ ਪੁੱਛਿਆ, ਪਿਤਾ ਜੀ, ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ? ਕੋਈ ਹੀਲਾ ਤਾਂ ਹੋਣਾ। ਮਹਾਰਾਜ ਨੇਤਰ ਬੰਦ ਕਰਕੇ ਅੰਤਰ ਧਿਆਨ ਹੋਏ, ਆਖਣ ਲੱਗੇ, ਬੇਟਾ, ਸਾਰੇ ਉੱਥੇ ਬ੍ਰਾਹਮਣ ਸੁਣ ਰਹੇ ਹਨ। ਕਹਿਣ ਲੱਗੇ, ਇਹਨਾਂ ਦਾ ਧਰਮ ਤਾਂ ਬਚ ਸਕਦਾ ਜੇ ਕੋਈ ਤਿਆਗੀ ਬਰਾਗੀ ਸੰਤ ਇਹਨਾਂ ਦੇ ਧਰਮ ਲਈ ਆਪਣਾ ਸੀਸ ਕੁਰਬਾਨ ਕਰੇ। ਜਿਹਨੇ ਇਬਾਦਤ ਨਹੀਂ ਕੀਤੀ, ਉਹ ਸ਼ਹਾਦਤ ਪ੍ਰਾਪਤ ਨਹੀਂ ਕਰ ਸਕਦਾ। ਇਬਾਦਤ ਦਾ ਅਰਥ ਭਗਤੀ ਹੈ। ਭਗਤੀ ਕਰਕੇ ਸਰੀਰ ਦਾ ਮੋਹ ਨਹੀਂ ਰਿਹਾ ਕਰਦਾ। ਭਾਈ ਮਨੀ ਸਿੰਘ ਸਾਹਿਬ ਦੀ ਬਹੁਤ ਵੱਡੀ ਭਗਤੀ ਸੀ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਵੀ ਬਹੁਤ ਵੱਡੀ ਭਗਤੀ ਸੀ। ਸਮੇਂ ਦੀਆਂ ਸਰਕਾਰਾਂ ਨੇ ਤਾਂ ਭਗਤ ਸਿੰਘ ਨੂੰ ਵੀ ਅੱਤਵਾਦੀ ਕਿਹਾ, ਰਾਜਗੁਰੂ ਸੁਖਦੇਵ ਨੂੰ ਵੀ ਅੱਤਵਾਦੀ ਕਿਹਾ, ਸ਼ਹੀਦ ਊਧਮ ਸਿੰਘ ਨੂੰ ਵੀ ਅੱਤਵਾਦੀ ਕਿਹਾ, ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਨੂੰ ਵੀ ਅੱਤਵਾਦੀ ਕਹਿੰਦਾ ਰਿਹਾ। ਜਿਹੜਾ ਸਮੇਂ ਦੀ ਸਰਕਾਰ, ਜਿਵੇਂ ਹੁਣ ਅਸੀਂ ਸੱਚ ਗੱਲ ਇੱਥੋਂ ਆਖੀ ਹੈ, ਸਮੇਂ ਦੀ ਸਰਕਾਰ ਸਾਡੇ ਤੇ ਵੀ ਇਹ ਸਟੈਂਪ ਲਾ ਸਕਦੀ ਹੈ। ਜੋ ਸੱਚ ਬੋਲੇ ਉਹਨੂੰ ਸਮੇਂ ਦੀਆਂ ਸਰਕਾਰਾਂ ਉਹਦੇ ਤੇ ਅੱਤਵਾਦੀ ਤੇ ਵੱਖਵਾਦੀ ਦੀ ਮੋਹਰ ਲਾ ਦਿੰਦੀਆਂ ਨੇ। ਸੰਤ ਬਾਬਾ ਜਰਨੈਲ ਸਿੰਘ 22 ਘੰਟੇ ਰੋਜ਼ਾਨਾ ਪਾਠ ਕਰਦੇ ਹੁੰਦੇ। ਉਹਨਾਂ ਦੇ ਕੋਲੇ ਰੂਹਾਨੀ ਤਾਕਤ ਸੀ, ਕੋਈ ਆਮ ਨਹੀਂ ਸੀ। ਉਹ ਐਡੀ ਵੱਡੀ ਹਿੰਦੁਸਤਾਨ ਦੀ ਤਾਕਤ ਨਾਲ ਮੱਥਾ ਲਾਉਣਾ ਕਿਤੇ ਆਮ ਬੰਦੇ ਦੀ ਗੱਲ ਨਹੀਂ। ਇੱਕ ਨੈਗੇਟਿਵ ਪੱਖ ਨਾ ਲਓ ਸੰਤ ਜਰਨੈਲ ਸਿੰਘ ਹੋਰਾਂ ਦਾ। ਨੈਗੇਟਿਵ ਉਹਨਾਂ ਦਾ ਪੱਖ ਕੋਈ ਨਹੀਂ, ਉਹਨਾਂ ਦਾ ਸਾਰਾ ਪੱਖ ਪੋਜ਼ਿਟਿਵਲੀ ਹੈ। ਜਦੋਂ ਸਾਰੇ ਹੀਲੇ ਵਸੀਲੇ ਲੰਘ ਗਏ, ਫਿਰ ਉਹਨਾਂ ਨੇ ਸ਼ਾਸਤਰ ਚੁੱਕੇ। ਜਦੋਂ ਨਕਲੀ ਨਿਰੰਕਾਰੀ ਸੀ ਜਿਹੜੇ ਨਾ, ਉਹ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦੇ ਸੀ, ਗੁਰੂ ਨਾਨਕ ਨੂੰ ਪਖਾਰੀ ਕਹਿੰਦੇ ਸੀ, ਗੁਰੂ ਗੋਬਿੰਦ ਸਿੰਘ ਨੂੰ ਸ਼ਿਕਾਰੀ ਕਹਿੰਦੇ ਸੀ, ਜਿਹੜੇ ਨਕਲੀ ਨਿਰੰਕਾਰੀ ਸੀ। ਸੱਚਾ ਸਿੱਖ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਤੇ ਆਓ ਫਿਰ ਸਾਧ ਸੰਗਤ ਵਿਚਾਰ ਤੇ ਇਸੇ ਤਰ੍ਹਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਲਿਖਿਆ ਵੀ ਜਦੋਂ ਕੋਈ ਹੀਲਾ ਨਾ ਰਹੇ ਫਿਰ ਸ਼ਾਸਤਰ ਚੱਕਣਾ ਜਾਇਜ਼ ਹੈ। ਚੂੰਕਾਰ ਅਜਾ ਹਮ ਹੀਲ ਤੇ ਦਰਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇਹ ਮਹਾਰਾਜ ਦੇ ਬਚਨ ਨੇ ਦਸਵਿਆਂ ਦੇ। ਜਦੋਂ ਕੋਈ ਹੀਲਾ ਵਸੀਲਾ ਨਾ ਰਹੇ, ਜਦੋਂ ਚੜ੍ਹਨ ਪਾਪ ਦੀਆਂ ਜੰਝਾਂ ਭੁੱਖੀਆਂ ਚੰਮਦੀਆਂ, ਉੱਥੇ ਅਪੀਲ ਦਲੀਲਾਂ ਨਾ ਕਾਸੇ ਕੰਮ ਦੀਆਂ,
ਫਿਰ ਉਸ ਗਰਭ ਦੇ ਵਿੱਚੋਂ ਸਦਾ ਬੰਦੂਕਾਂ ਜੰਮਦੀਆਂ। ਜਦੋਂ ਕੋਈ ਅਦਾਲਤਾਂ ਅਪੀਲ ਦਲੀਲ ਨਾ ਸੁਣ ਤੇ ਫਿਰ ਸਾਧ ਸੰਗਤ ਹਮੇਸ਼ਾ ਹੀ ਜਿਹੜੀਆਂ ਕੌਮਾਂ ਜਾਗਿਆ ਕਰਦੀਆਂ ਨੇ ਉਹ ਸ਼ਾਸਤਰ ਚੱਕਿਆ ਕਰਦੀਆਂ ਨੇ। ਆਓ ਫਿਰ ਮਹਾਰਾਜ 10ਵੇਂ ਪਾਤਸ਼ਾਹ ਨੇ ਬਚਪਨ ਦੀ ਉਮਰ ਹੈ, ਆਖਿਆ ਜੇ ਇਹਨਾਂ ਦਾ ਧਰਮ ਕਿਸੇ ਤਿਆਗੀ ਬਰਾਗੀ ਸੰਤ ਦੇ ਸਿਰ ਦਿੱਤਿਆਂ ਬਚ ਸਕਦਾ ਹੈ, ਹੇ ਪਿਤਾ ਤੇਰੇ ਨਾਲੋਂ ਵੱਡਾ ਤਿਆਗੀ ਤੇ ਬਰਾਗੀ ਸੰਤ ਕਿਹੜਾ ਹੈ? ਤੁਸੀਂ ਜਾ ਕੇ ਆਪਣਾ ਸੀਸ ਦਾ ਬਲੀਦਾਨ ਦੇ ਦਿਓ। ਮਹਾਰਾਜ 9ਵੇਂ ਪਾਤਸ਼ਾਹ ਅੰਦਰੋਂ ਤਾਂ ਬਹੁਤ ਖੁਸ਼ ਹੋਏ, ਪਰ ਪਰਖਣ ਵਾਸਤੇ ਕਹਿਣ ਲੱਗੇ, ਬੇਟਾ ਗੋਬਿੰਦ ਰਾਏ ਤੇਰੀ ਇਹ ਗੱਲ ਦਾ ਤੂੰ ਅਰਥ ਪਤਾ ਕੀ ਹੈ? ਇਹਦਾ ਮੀਨਿੰਗ ਇਹ ਹੈ ਤੂੰ ਯਤੀਮ ਹੋ ਜਾਵੇਂਗਾ, ਤੇਰੀ ਮਾਂ ਵਿਧਵਾ ਹੋ ਜੂ। ਫਿਰ 10ਵੇਂ ਪਾਤਸ਼ਾਹ ਕਹਿੰਦੇ, ਹੇ ਸੱਚੇ ਪਾਤਸ਼ਾਹ ਗੁਰੂ ਪਿਤਾ, ਜੇ ਮੇਰੇ ਕੱਲੇ ਦੇ ਯਤੀਮ ਹੋਇਆਂ, ਮੇਰੀ ਕੱਲੀ ਮਾਂ ਦੇ ਵਿਧਵਾ ਹੋਇਆਂ, ਲੱਖਾਂ ਮਾਵਾਂ ਵਿਧਵਾ ਹੋਣੋਂ ਬਚ ਜਾਣ, ਲੱਖਾਂ ਬੱਚੇ ਯਤੀਮ ਹੋਣੋਂ ਬਚ ਜਾਣ, ਮੈਨੂੰ ਇਹ ਸੌਦਾ ਪ੍ਰਵਾਨ ਹੈ। ਆਪਣੇ ਪਿਤਾ ਨੂੰ ਆਪ ਦਿੱਲੀ ਵੱਲ ਤੋਰਿਆ, ਚਮਕੌਰ ਦੀ ਗੜੀ ਵਿੱਚ ਆਪਣੇ ਪੁੱਤਰਾਂ ਨੂੰ ਆਪ ਤੋਰਿਆ। ਸਾਧ ਸੰਗਤ ਇਸੇ ਕਰਕੇ ਤਾਂ ਕਿਹਾ, ਵੱਡੇ ਬਲੀ ਜਹਾਨ ਤੇ ਹੋਏ ਪੈਦਾ, ਲਿਸਟ ਵੇਖੀ ਵੱਡੇ ਵੱਡੇ ਦਾਨੀਆਂ ਦੀ, ਪਰ ਬਾਜਾਂ ਵਾਲਿਆ ਜਦੋਂ ਤੇਰਾ ਨਾਂ ਆਉਂਦਾ ਹੱਦ ਮੁੱਕ ਜਾਂਦੀ ਹੈ ਉਦੋਂ ਕੁਰਬਾਨੀਆਂ ਦੀ। ਫਿਰ 9ਵੇਂ ਪਾਤਸ਼ਾਹ ਸਾਧ ਸੰਗਤ ਗਏ ਸੀ, ਇਹ ਬਚਨ ਕਿਹਾ ਸੀ, ਬੇਟਾ ਗੋਬਿੰਦ ਰਾਏ ਹੁਣ ਕਿਉਂਕਿ ਗੁਰੂ ਜੀ ਜਾਣਦੇ ਸੀ, ਬੇਟਾ ਜੇ ਮੇਰਾ ਕੱਟਿਆ ਸੀਸ ਵੀ ਤੇਰੇ ਕੋਲੇ ਆ ਗਿਆ, ਅੱਖ ਚੋਂ ਹੰਝੂ ਨਾ ਬਹਾਈ। ਸੱਚਮੁੱਚ ਹੰਝੂ ਨਹੀਂ ਬਹਾਇਆ। ਜਦੋਂ ਬਾਬਾ ਜੈਤਾ ਜੀ 9ਵੇਂ ਪਾਤਸ਼ਾਹ ਦਾ ਸੀਸ ਲੈ ਕਰ ਆਏ, ਉਹ ਸਮੇਂ ਤੇ ਫਿਰ ਆਖਿਆ ਸੀ, ਜੈਤਿਆ ਰੰਗਰੇਟੇ ਗੁਰੂ ਕੇ ਬੇਟੇ ਰਹੇ, ਪੰਥ ਕੇ ਸੰਗ ਸਮੇਟੇ। ਮਜ਼੍ਹਬੀ ਸਿੱਖਾਂ ਦੇ ਵਿੱਚੋਂ ਸੀ, ਆਪਣੀ ਛਾਤੀ ਨਾਲ ਲਾਇਆ ਤੇ ਫਿਰ ਆਖਿਆ ਸੀ, ਚਿੜੀਆਂ ਕੋਲੋਂ ਬਾਜ ਤੜਾਊਂ, 1.25 ਲੱਖ ਸੇ ਏਕ ਲੜਾਊਂ, ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਇਹ ਫਿਰ ਜੋ ਕਿਹਾ ਸੀ ਉਹ ਕਰਕੇ ਦਿਖਾਇਆ। ਫਿਰ 9ਵੇਂ ਪਾਤਸ਼ਾਹ ਨੇ ਹੌਲੀ ਹੌਲੀ ਚੱਲ ਕੇ, ਮਹਾਰਾਜ ਹਾੜ ਦੇ ਮਹੀਨੇ 'ਚ ਚੱਲੇ ਸੀ ਆਨੰਦਪੁਰ ਤੋਂ, 3 ਮਹੀਨੇ ਤਾਂ ਸੈਫਾਬਾਦ ਰਹੇ, ਜਿਹਨੂੰ ਅੱਜ ਕੱਲ੍ਹ ਬਹਾਦਰਗੜ੍ਹ ਕਿਹਾ ਜਾਂਦਾ, ਯੂਨੀਵਰਸਿਟੀ ਕੋਲੇ ਆ ਨਾ, ਇਹਦਾ ਨਾਂ ਪਹਿਲਾਂ ਸੈਫਾਬਾਦ ਸੀ। ਇੱਥੇ ਦਾ ਮੁਸਲਮਾਨ ਪ੍ਰੇਮੀ ਸੀ ਸੈਫ ਅਲੀ ਖਾਂ। ਉੱਥੇ ਗੁਰਦੁਆਰਾ ਵੀ ਬਣਿਆ 2 ਜਗ੍ਹਾ। ਉੱਥੇ ਮਹਾਰਾਜ 3 ਮਹੀਨੇ ਰਹੇ। 3 ਮਹੀਨਿਆਂ ਦਾ ਕਾਰਨ ਇਹ ਸੀ, ਜਦੋਂ ਤੁਰਨ ਲੱਗਿਆ ਕਰਨ ਉਹ ਰੋਣ ਲੱਗ ਜਾਇਆ ਕਰੇ, ਚਰਨ ਫੜ ਕੇ ਬਹਿ ਜਾਇਆ ਕਰੇ, ਕਿਉਂਕਿ ਸੱਚਾ ਮੁਸਲਮਾਨ ਸੀ। ਸੱਚੇ ਮੁਸਲਮਾਨ ਦੇ ਬਾਰੇ ਗੁਰਬਾਣੀ 'ਚ ਲਿਖਿਆ, ਮੁਸਲਮਾਨ ਮੋਮ ਦਿਲ ਹੋਵੇ। ਸੱਚਾ ਮੁਸਲਮਾਨ ਦਾ ਹਿਰਦਾ ਤਾਂ ਮੋਮ ਦੀ ਤਰ੍ਹਾਂ ਹੁੰਦਾ, ਪਿਘਲਦਾ। ਸੂਬਾ ਮੁਸਲਮਾਨ ਨਹੀਂ ਸੀ, ਜ਼ਾਲਮ ਸੀ। ਔਰੰਗਜ਼ੇਬ ਨੂੰ ਸੱਚਾ ਮੁਸਲਮਾਨ ਨਹੀਂ ਆਪਾਂ ਕਹਿ ਸਕਦੇ, ਉਹ ਤਾਂ ਕਸਾਈ ਸੀ। ਸਾਧ ਸੰਗਤ ਐਡੇ ਹਿੰਦੂ ਕਤਲ ਕਰ ਦਿੱਤੇ ਉਹਨੇ। ਜਿਹੜਾ ਕਸਾਈ ਆ ਉਹ ਮੁਸਲਮਾਨ ਨਹੀਂ ਹੋ ਸਕਦਾ। ਦਇਆ ਤੋਂ ਬਿਨਾ ਬੰਦਾ ਕਸਾਈ ਹੈ। ਦਇਆ ਜਿਹੜੀ ਹੈ ਧਰਮ ਦਾ ਮੂਲ ਹੈ। ਜਿਹੜੇ ਬੰਦੇ 'ਚ ਦਇਆ ਨਹੀਂ ਉਹ ਬੰਦਾ ਨਹੀਂ। ਫਿਰ ਸਾਧ ਸੰਗਤ ਇਹ ਜਿਹੜੀ ਧਰਤੀ ਹੈ, ਧੌਲ ਧਰਮ ਦਇਆ ਕਾ ਪੂਤ, ਧਰਮ ਦੇ ਆਸਰੇ ਖੜੀ ਹੈ। ਜਿਹੜਾ ਦਇਆ ਰੂਪੀ ਗਊ ਦਾ ਪੁੱਤਰ ਹੈ ਤੇ ਸੰਤੋਖ ਰੂਪੀ ਘਾਹ ਨੂੰ ਖਾਂਦਾ, ਜੋ ਟਕਸਾਲੀ ਅਰਥ ਨੇ ਬਾਣੀ ਦੇ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਆਓ ਫਿਰ ਇੱਥੋਂ ਮਹਾਰਾਜ ਸਮਾਣੇ ਗਏ। ਸਮਾਣੇ ਤੋਂ ਚੱਲ ਕੇ ਆਗਰੇ ਤੋਂ ਜਾ ਕੇ ਗ੍ਰਿਫਤਾਰੀ ਦੇ ਕੇ 1675 ਨਵੰਬਰ 'ਚ ਆਪਣੀ ਸ਼ਹੀਦੀ ਦਿੱਤੀ ਹੈ। ਅੱਜ ਜਿੱਥੇ ਤੁਸੀਂ ਸਾਰੇ ਆਏ ਹੋ ਉੱਥੇ ਸਾਡੇ ਬਹੁਤ ਪਿਆਰ ਵਾਲੇ ਰਾਹੁਲਿੰਦਰ ਸਿੰਘ ਜੀ ਸਿੱਧੂ ਭੱਠਲ, ਬੀਬੀ ਰਜਿੰਦਰ ਕੌਰ ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਦੇ ਬੇਟੇ। ਸਾਡਾ ਬੜਾ ਪਿਆਰ ਹੈ ਇਸ ਪਰਿਵਾਰ ਨਾਲ। ਇਹਨਾਂ ਦੇ ਇਲਾਕੇ 'ਚੋਂ ਅੜਕਵਾਸ, ਲਹਿਰਾ ਗਾਗਾ, ਲੇਲਾਂ, ਅੱਜ ਸਾਰੀ ਸੰਗਤ ਰਾਹੁਲ ਜੀ ਤੁਹਾਡੇ ਇਲਾਕੇ 'ਚੋਂ ਆਈ ਹੈ। ਸਾਰੀ ਸੰਗਤ ਇੱਥੇ ਹੋਰ ਦੂਰੋਂ ਦੂਰੋਂ ਆਏ ਹੋ। ਇਹ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ, ਕੌਮਾਂ ਦੇ ਵਿੱਚ ਨਵੀਂ ਜਾਗਰਤੀ ਆਉਂਦੀ ਹੈ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲਹਿੰਦੇ ਜਾ, ਤਸਵੀਰ ਬਦਲਦੀ ਕੌਮਾਂ ਦੀ। ਆਖਿਆ ਸੀ ਸਾਹਿਬਜ਼ਾਦਿਆਂ ਨੇ ਨੀਹਾਂ 'ਚ ਖੜ ਕੇ, ਸੂਬਿਆ ਜਿਸ ਜਗ੍ਹਾ ਤੇ ਸਾਨੂੰ ਤੂੰ
ਨੀਹਾਂ 'ਚ ਚਿੰਨਣ ਲੱਗਿਆ, ਇਹ ਜਗ੍ਹਾ ਪੂਜਣਯੋਗ ਹੋ ਜਾਵੇਗੀ, ਲੱਖਾਂ ਲੋਕ ਨਤਮਸਤਕ ਹੋਣਗੇ, ਤੇ ਪਰ ਤੇਰੀ ਕਬਰ ਤੇ ਕਿਸੇ ਨੇ ਦੀਵਾ ਨਹੀਂ ਕਦੇ ਲਾਉਣਾ। ਆ ਜੋੜ ਮੇਲਾ ਆ ਰਿਹਾ, ਲੱਖਾਂ ਨੇ ਉੱਥੇ ਨਤਮਸਤਕ ਹੋਣਾ। ਕੋਈ ਇਹ ਦੱਸੋ ਕਿ ਸਰਹੰਦ ਦੇ ਸੂਬੇ ਦੀ ਮੜੀ ਕਿੱਥੇ ਬਣੀ ਹੈ? ਕਿਸੇ ਨੂੰ ਨਹੀਂ ਪਤਾ। ਔਰੰਗਜ਼ੇਬ ਐਡਾ ਬਾਦਸ਼ਾਹ, ਉਹਦੀ ਮੜੀ ਦੱਸੋ ਕਿੱਥੇ ਬਣੀ ਹੈ? ਜਿੱਥੇ ਗੁਰੂ ਨੌਵਿਆਂ ਦਾ ਸੀਸ ਕੱਟਿਆ ਉੱਥੇ ਲੱਖਾਂ ਲੋਕ ਨਤਮਸਤਕ ਹੋ ਰਹੇ ਹਨ। ਜਿੱਥੇ ਔਰੰਗਜ਼ੇਬ ਦਾ ਤਖਤ ਹੈ, ਅਸੀਂ ਜਾ ਕੇ ਦੇਖਿਆ ਲਾਲ ਕਿਲਾ 9 ਸਾਲਾਂ 'ਚ ਬਣਿਆ ਸੀ ਤੇ 9 ਕਰੋੜ ਰੁਪਈਆ ਉਸ ਸਮੇਂ ਤੇ ਲੱਗਿਆ ਸੀ ਲਾਲ ਕਿਲੇ ਤੇ। ਜਿਹੜਾ ਅਸੀਂ ਇਤਿਹਾਸ ਪੜ੍ਹਿਆ ਨਾ ਲਾਲ ਕਿਲੇ ਦਾ, 9 ਕਰੋੜ ਰੁਪਈਆ ਲੱਗਿਆ ਤੇ 9 ਸਾਲਾਂ 'ਚ ਬਣਿਆ। ਐਡਾ ਬਾਦਸ਼ਾਹ ਔਰੰਗਜ਼ੇਬ, ਅੱਜ ਉਹਦੀ ਮੜੀ ਦਾ ਨਹੀਂ ਪਤਾ। ਇਸ ਕਰਕੇ ਭਾਈ ਸਾਹਿਬਜ਼ਾਦਿਆਂ ਦਾ ਜੋ ਬਚਨ, ਕਿਉਂਕਿ ਇਸ ਤੋਂ ਬਾਅਦ ਆਨੰਦ ਸਾਹਿਬ ਦਾ ਜਾਪ, ਫਿਰ ਅਰਦਾਸ ਹੁਕਮਨਾਮੇ, ਫਿਰ ਰਾਹੁਲ ਜੀ ਬੈਠੇ ਨੇ, ਇਹਨਾਂ ਨੇ 5 ਮਿੰਟ ਬੋਲਣਾ ਜ਼ਰੂਰੀ ਹੈ। ਸ਼ਰਧਾ ਦੇ ਫੁੱਲ ਸ਼ਹੀਦਾਂ ਨੂੰ ਭੇਟ ਕਰਨ, ਫਿਰ ਸਰਪਾਓ ਦੇ ਕੇ ਆਪਾਂ ਨੇ ਸੰਗਤਾਂ ਨੂੰ ਫਿਰ ਛੁੱਟੀਆਂ ਹਨ। ਫਿਰ ਮੱਸਿਆ ਦਾ ਜਿਹੜਾ ਦੀਵਾਨ ਹੈ 9 ਜਨਵਰੀ ਦਾ ਹੈ, ਵੱਧ ਚੜ ਕੇ ਸੰਗਤਾਂ ਨੇ ਮੱਸਿਆ ਦੇ ਦੀਵਾਨ ਤੇ ਹਾਜ਼ਰੀ ਭਰਨੀ। ਬਾਕੀ ਫਿਰ ਸਾਰੇ ਦੀਵਾਨ ਘਰਾਚੋਂ ਦੀ ਸੰਗਤ, ਹੋਰ ਸਾਰੋਂ ਇਹਨਾਂ ਨਗਰਾਂ 'ਚ ਹੋਣੇ ਨੇ। ਲੇਲਾਂ ਦੂਰ ਦੂਰ ਪਿੰਡਾਂ 'ਚ ਫਿਰ ਦੀਵਾਨ ਹੋਣਗੇ, ਸੰਗਤੀ ਵਾਲਾ ਜਿਹੜੇ ਸਾਲਾਨਾ ਦੀਵਾਨ ਹੁੰਦੇ ਨੇ। ਉਹ ਸਾਡੀ ਚਿਖਾ ਤੇ ਲੱਗਣਗੇ ਸੂਬਿਆ ਮੇਲੇ, ਲੋਕ ਤੈਨੂੰ ਪਾਪੀ ਆਖਣਗੇ। ਸਾਡੀ ਯਾਦ 'ਚ ਲੱਗਣਗੇ ਸੂਬਿਆ, ਉਹ ਲੋਕ ਤੈਨੂੰ ਪਾਪੀ ਆਖਣਗੇ। ਪਿਆਰੇ ਜੀ ਲੋਕ ਤੈਨੂੰ ਪਾਪੀ ਆਖਣਗੇ ਸੂਬਿਆ, ਲੋਕ ਤੈਨੂੰ ਪਾਪੀ ਆਖਣਗੇ। ਲੋਕ ਤੈਨੂੰ ਪਾਪੀ ਆਖਣਗੇ ਸੂਬਿਆ, ਲੋਕ ਤੈਨੂੰ ਪਾਪੀ ਆਖਣਗੇ। ਸਾਡੀ ਚਿਖਾ ਤੇ ਲੱਗਣਗੇ ਮੇਲੇ, ਉਹ ਲੱਗਣਗੇ, ਲੋਕ ਤੈਨੂੰ ਪਾਪੀ ਆਖਣਗੇ। हिंद में एक तीर्थ है यात्रा के लिए, जहाँ बाप ने कटाए बेटे खुदा के लिए। जोगी अल्लाह यार खां ने चमकौर साहब के बारे ये गल कही है। वो कहता है अणख जाग उठे चमकौर नूं बेंदिया ही, सुता जिथे अजीत जुझार तेरा, डिगे होए ढट्ठे होए दिल सब खलो जाते, बेख चिणिया कंधां च परिवार तेरा। गुरु कहाउणा तां सौखा, अज बहुत गुरु बन गए ने देहधारी पखंडी, पर 10वें पातशाह वर्गी कुर्बानी कौन करेगा। एक उंगल भी नहीं कटा सकते। महाराज ने अपना परिवार कटाया धर्म लई। आओ हुण आनंद साहिब दा जाप उपरंत अरदास बेनती। जो संगत फल्लेवाल तो आई है उन्हां नूं बाद विच अरदास तो सरोपे दिते जाने हन। किसी ने जाना नहीं बिना आग्या तो। सतगुरु महाराज मेहर करन। अज जो तुसी दसबंध दिता है, एक एक पैसा इत्थे सेवा च लगेगा। इत्थे सारी जिहड़ी फर्श की सेवा हो गई है, हुण थोड़ा रहिंदा है।
ਇਸ ਕਰਕੇ ਭਾਈ ਜੇ 100 ਇੱਟ ਵੀ ਕੱਲਾ ਕੱਲਾ ਜਾਣਾ ਦਿੰਦਾ, 100 ਇੱਟ 450 500 ਦੀ ਹੈ, 100 ਇੱਟ ਕੋਈ ਬਹੁਤੀ ਨਹੀਂ। ਕਿੰਨੀ ਸੰਗਤ ਬੈਠੀ ਹੈ, ਜੇ ਕੱਲਾ ਕੱਲਾ ਜਾਣਾ ਇੰਨੀ ਕੁ ਵੀ ਸੇਵਾ ਕਰਦਾ ਹੈ, ਕਿਨਕੇ ਕਿਨਕੇ ਨਾਲ ਦਰਿਆ ਭਰ ਜਾਣਾ। ਇਸ ਕਰਕੇ ਹੁਣ ਆਨੰਦ ਸਾਹਿਬ ਦਾ ਜਦੋਂ ਜਾਪ ਕਰਾਂਗੇ, ਸਾਰੇ ਜਾਣੇ ਥੋੜੇ ਚੋਂ ਥੋੜਾ, ਬਹੁਤੇ ਚੋਂ ਬਹੁਤਾ ਜਿਹੜਾ ਹੈਗਾ ਸੇਵਾ ਦੇ ਵਿੱਚ ਹਿੱਸਾ ਪਾਇਓ ਜ਼ਰੂਰ, ਇਹ ਬੇਨਤੀ ਹੈ। ਆਓ ਹੁਣ ਆਨੰਦ ਸਾਹਿਬ ਦੇ ਜਾਪ ਤੋਂ ਬਾਅਦ ਅਰਦਾਸ ਹੁਕਮਨਾਮੇ ਫਿਰ ਰਾਹੁਲ ਜੀ ਨੇ ਬੋਲਣਾ, ਫਿਰ ਸਰਪਾਓ ਦੇ ਕੇ ਸਾਰਿਆਂ ਨੂੰ, ਜਦੋਂ ਮਹਾਰਾਜ ਦੇ ਸਰੂਪ ਅੰਦਰ ਚਲੇ ਜਾਣਗੇ ਫਿਰ ਸਾਰਿਆਂ ਨੇ ਜਾਣਾ। ਸਾਰੀਆਂ ਬੀਬੀਆਂ ਜੋ ਸੰਗਤ ਵਿੱਚ ਉੱਠ ਕੇ ਫਿਰ ਰਹੀਆਂ ਨੇ, ਕਿਰਪਾ ਕਰਕੇ ਬੈਠ ਜਾਓ ਪਿਆਰ ਨਾਲ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਸੇਤੀ ਮਨ ਬਚਿਆ ਵਧਾਇਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਅਬ ਤੋਂ ਲਗਾਓ ਹਰੀ ਕੇਰਾ ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ, ਹਰ ਨਾਲ ਰਹੋ ਤੂੰ ਮਨ ਮੇਰੇ ਦੂਰ। ਸਭ ਵਿਸਾਰਣਾ ਅੰਗੀਕਾਰੋ ਤੇਰਾ ਕਾਰਜ, ਸਭ ਸੁਧਾਰਣਾ। ਸਭਨਾ ਗੱਲਾਂ ਸਮਰੱਥ ਆਪੀ ਹੋਰੋ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰੋ ਹਰਨਾਮ। ਸਾਜੇ ਸਾਹਿਬਾ ਕਿਆ ਨਹੀਂ ਕਰ ਤੇਰੇ। ਕਰਤਾ ਤੇਰੇ ਸਭ ਕਿਸ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸੱਚਾ ਨਾਮ ਮੇਰਾ ਆਧਾਰੋ ਸਰਵ ਉਤਾਰ ਤੇਰਾ ਜਿਨ ਮੁਕਤਾ ਸਭ ਗਵਾਇਆ। ਸੁਖ ਮਾਣ ਆਏ ਵਸਿਆ ਜਿਨ ਚਾਹੁ ਸਭ ਦੁਖ ਜਾਇਆ। ठाकुर बाणी ਕੀਤਾ ਗੁਰ ਵੇਖੋ ਜਿਸ ਦੀਆਂ ਏ ਵਡਿਆਈਆਂ। ਐ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਮਾਤੇ। ਸਭ ਚਿਤਕਾਰ ਸੁਭਾਗੈ ਕਰਤ ਪਾਗੇ ਸ਼ਬਦ ਵਾਜੇ, ਕਾਲਾ ਜਿਤ ਕਰ ਤਾਰੀਆ। ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਕਿ ਤੁਜਨ ਕੋਸੇ, ਨਾਮ ਹਰ ਕੇ ਲਾਗੇ। ਨਾਨਕ ਤੈ ਸੁਖ ਹੋਆ ਜਿਤ ਕਰ ਅਨੰਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪ੍ਰੇਮ ਪ੍ਰਭ ਪਾਇਆ ਉਤਰੇ ਸਗਲੇ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ। ਗੁਰ ਚਾਰਣ ਲਾਗੇ ਵਾਜੇ ਅਨੰਦ ਤੂਰ। ਪਾਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਇਸ ਰਾਤ ਤੋਏ ਦਾਈ ਜਾਇਆ ਖੇਲੇ ਸਗਲੇ ਜਗਤ। ਜਗਿਆਈਆਂ ਮੁਰਿਆਈਆਂ ਵਚ ਧਰਮ ਹਦੂਰ। ਕੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਦੇ ਮੁਖ ਉਜਲ ਕੇ ਦੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੋਲੋ। ਗੁਰੂ ਜੀ ਕਾ